ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਜੁੜ ਰਹੀਆਂ ਸਮੂਹ ਸੰਗਤਾਂ, ਆਓ ਆਰੰਭਤਾ ਕਰਨੀ ਕਰੀਏ ਪਾਵਨ ਅੰਕ 64 ਤੋਂ। ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੀਸਰੇ ਨਾਨਕ ਤਿੰਨਾਂ ਦੀਆਂ ਅਸ਼ਟਪਦੀਆਂ ਦੀ ਆਰੰਭਤਾ ਜਿਹੜੀ ਉਹ ਹੋ ਰਹੀ ਹੈ। ਕੱਲ੍ਹ 17 ਅਸ਼ਟਪਦੀਆਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਤੀਜਾ, ਘਰ ਪਹਿਲਾ, ਅਸ਼ਟਪਦੀਆਂ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਸ੍ਰੀ ਰਾਗ ਦੇ ਅੰਦਰ ਘਰ ਪਹਿਲੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਅਸ਼ਟਪਦੀਆਂ 8 ਪਦਿਆਂ ਵਾਲੀ ਜਿਹੜੀ ਇਹ ਪਾਵਨ ਬਾਣੀ ਹੈ। ਅਸ਼ਟਪਦੀਆਂ ਤੋਂ ਭਾਵ 8 ਪਦਿਆਂ ਵਾਲੀ। ਇੱਕ ਓੰਕਾਰ ਸਤ ਗੁਰ ਪ੍ਰਸਾਦ ਕੀ ਅਕਾਲ ਪੁਰਖ ਇੱਕ ਹੈ ਅਤੇ ਉਹ ਸੱਚਾ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਉਹ ਮਿਲਦਾ ਹੈ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ। ਗੁਰਮੁਖ ਗੁਰੂ ਦੇ ਸਨਮੁਖ ਰਿਹਾ। ਪਾਤਸ਼ਾਹ ਜੀ ਆਖਣ ਲੱਗੇ ਗੁਰੂ ਦੀ ਸ਼ਰਨ ਪਿਆ ਜਦੋਂ ਫਿਰ ਪਰਮਾਤਮਾ ਮਿਹਰ ਕਰਦਾ ਹੈ ਤਾਂ ਉਸ ਦੀ ਭਗਤੀ ਕੀਤੀ ਜਾਂਦੀ ਹੈ। ਗੁਰੂ ਦੀ ਸ਼ਰਨ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਬਿਨ ਗੁਰ ਭਗਤ ਨਾ ਹੋਏ। ਆਪੈ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੇ ਕੋਏ। ਆਪੇ ਨਹੀਂ ਆਪੈ, ਦੋ ਦਲਾਵਾਂ ਨੇ ਪੱਪੇ ਦੇ ਉੱਤੇ। ਆਪੈ ਆਪ ਮਿਲਾਏ ਬੂਝੈ, ਦੋ ਔਂਕੜ ਹੈ ਬੱਬੇ ਨੂੰ ਤੇ ਝੱਜੇ ਤੇ ਦੋ ਦਲਾਵਾਂ ਨੇ, ਬੂਝੈ। ਪਾਤਸ਼ਾਹ ਜੀ ਆਖਣ ਲੱਗੇ ਕਿ ਜਦੋਂ ਕੋਈ ਮਨੁੱਖ ਫਿਰ ਗੁਰੂ ਦੇ ਆਪੇ ਵਿੱਚ ਆਪਣੇ ਆਪ ਨੂੰ ਮਿਲਾਉਣਾ ਸਿੱਖ ਲੈਂਦਾ ਹੈ ਕਿ ਆਪਣੇ ਆਪੇ ਨੂੰ, ਆਪਣੇ ਜੀਵਨ ਨੂੰ ਗੁਰੂ ਦੇ ਸ਼ਬਦ ਅਨੁਸਾਰ ਬਿਤਾਉਣਾ, ਜਿਉਣਾ ਸਿੱਖ ਲੈਂਦਾ ਹੈ, ਮਿਲਾਉਣਾ ਸਿੱਖ ਲੈਂਦਾ ਹੈ, ਤਾਂ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਤਾਂ ਨਿਰਮਲ ਹੋਵੇ ਕੋਈ, ਤਾਂ ਉਹ ਫਿਰ ਨਿਰਮਲ ਜੀਵਨ ਭਾਵ ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਜਾਂਦਾ ਹੈ ਅਤੇ ਉੱਚੇ ਆਤਮਿਕ ਜੀਵਨ ਵਾਲਾ ਬਣ ਜਾਂਦਾ ਹੈ। ਹਰ ਜੀਉ ਸੱਚਾ, ਸੱਚੀ ਬਾਣੀ, ਸ਼ਬਦ ਮਿਲਾਵਾ ਹੋਏ। ਹਰ ਜੀਉ ਕਿ ਜਿਹੜਾ ਪ੍ਰਮਾਤਮਾ ਸੱਚਾ ਹੈ ਭਾਵ ਸਦਾ ਥਿਰ ਰਹਿਣ ਵਾਲਾ ਹੈ, ਅਤੇ ਸੱਚੀ ਬਾਣੀ ਜਿਸ ਦੀ ਸਿਫਤ ਸਲਾਹ ਦੀ ਬਾਣੀ ਵੀ ਸਦਾ ਥਿਰ ਹੈ, ਅਟਲ ਹੈ, ਉਹ ਸਦਾ ਹੀ ਰਹਿਣ ਵਾਲੀ ਭਾਵ ਦਾ ਸਦਾ ਹੀ ਸ਼ਬਦ ਰਹਿਣ ਵਾਲਾ ਹੈ। ਅਤੇ ਸ਼ਬਦ ਮਿਲਾਵਾ ਹੋਏ, ਉਸ ਨਾਲ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਫਿਰ ਮਿਲਾਪ ਹੋ ਜਾਂਦਾ ਹੈ। ਸ਼ਬਦ ਵਿੱਚ ਸਿਆਰੀ ਨਾਲ ਹੈ ਭਾਵ ਕਿ ਸ਼ਬਦ ਵਿੱਚ, ਗੁਰੂ ਦੇ ਸ਼ਬਦ ਦੇ ਵਿੱਚ ਆਪਣਾ ਜੀਵਨ ਹੈ ਜਿਹੜਾ ਉਹ ਜੋੜਨਾ ਪਏਗਾ। ਉਦੋਂ ਹੀ ਜਿਹੜਾ ਹੈ ਉਸ ਮਾਲਕ ਪਰਮੇਸ਼ਰ ਦੇ ਨਾਲ ਮਿਲਾਪ ਹੋਵੇਗਾ। ਭਾਈ ਰੇ
ਭਗਤਹੀਣ ਕਾਹੇ ਜਗ ਆਇਆ। ਹੁਣ ਪਾਤਸ਼ਾਹ ਜੀ ਕਹਿੰਦੇ ਕਿ ਹੇ ਭਾਈ, ਭਗਤਹੀਨ ਕਿ ਮਾਲਕ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਮਨੁੱਖ ਦਾ ਇਸ ਜਗਤ ਵਿੱਚ ਆਉਣਾ ਫਿਰ ਕਿਹੜੇ ਅਰਥ ਹੈ? ਕਾਹੇ ਜਗ ਆਇਆ, ਫਿਰ ਲੈਣ ਕੀ ਆਇਆ ਜੇ ਭਗਤੀ ਨਹੀਂ ਕੀਤੀ ਮਾਲਕ ਦੀ? ਜੇ ਮਾਲਕ ਦੇ ਹੁਕਮ ਵਿੱਚ ਹੀ ਨਹੀਂ ਮਨੁੱਖ ਤੁਰਿਆ ਤੇ ਫਿਰ ਉਹਦਾ ਫਿਰ ਇਹ ਜਨਮ ਇਸ ਜਗਤ 'ਤੇ ਆਉਣਾ ਜਿਹੜਾ ਫਿਰ ਉਹ ਕਾਹਦੇ ਲਈ ਹੈ? ਫਿਰ ਤੇ ਉਹਦੀ ਕੋਈ ਜ਼ਰੂਰਤ ਹੀ ਨਹੀਂ ਸੀ ਕਿ ਉਸ ਦੀ ਹੁਕਮ ਰਜ਼ਾ ਵਿੱਚ ਜੁੜਨ ਦੇ ਲਈ ਹੀ ਇਹ ਜਨਮ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਸ ਕਰਕੇ ਉਹਦੇ ਵਿੱਚ ਜੁੜ। ਭਗਤਹੀਨ, ਭਗਤੀ ਤੋਂ ਹੀਣਾ ਹੈ ਜੇਕਰ ਤੂੰ ਮਨੁੱਖਾ, ਤੇ ਫਿਰ ਇਸ ਜੱਗ ਦੇ ਵਿੱਚ ਆਉਣਾ ਤੇਰਾ ਫਿਰ ਕੋਈ ਅਰਥ ਨਹੀਂ। ਭਾਵ ਫਿਰ ਕੀ ਲਾਭ ਹੈ? ਇਹਦਾ ਕੋਈ ਲਾਭ ਨਹੀਂ ਹੈ। ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ ਰਹਾਓ। ਪਾਤਸ਼ਾਹ ਜੀ ਆਖਣ ਲੱਗੇ, ਪੂਰੇ ਗੁਰ ਕੀ ਸੇਵ ਨਾ ਕੀਨੀ, ਜਿਹੜੇ ਮਨੁੱਖ ਨੇ ਪੂਰੇ ਗੁਰੂ ਦੀ ਸੇਵਾ ਹੀ ਨਹੀਂ ਕੀਤੀ, ਭਾਵ ਕਿ ਜਿਹਨੇ ਗੁਰੂ ਦਾ ਹੁਕਮ ਨਹੀਂ ਮੰਨਿਆ, ਗੁਰੂ ਦੇ ਸ਼ਬਦ ਨਾਲ ਚਰਨਾਂ ਨਾਲ ਜੁੜਿਆ ਹੀ ਨਹੀਂ ਜਿਹੜਾ ਮਨੁੱਖ, ਫਿਰ ਬਿਰਥਾ ਜਨਮ ਗਵਾਇਆ। ਫਿਰ ਉਹਨੇ ਇਹ ਆਪਣਾ ਜਿਹੜਾ ਜਨਮ ਹੈ ਇਹ ਵਿਅਰਥ ਹੀ ਗਵਾ ਲਿਆ। ਕਿ ਕੋਈ ਵੀ ਕਾਰਜ ਹੋਏ, ਕਿ ਜੇਕਰ ਇੱਕ ਬੱਚਾ ਸਕੂਲ ਵਿੱਚ ਪੜ੍ਹਦਾ ਹੋਏ ਜਾਂ ਡਿਪਲੋਮਾ ਡਿਗਰੀ ਕਰਦਾ ਹੋਏ ਅਤੇ ਆਪਾਂ ਆਮ ਹੀ ਜੇ ਉਹ ਨਾ ਪਾਸ ਹੋਏ ਨਾ, ਗਲਤ ਪਾਸੇ ਲੱਗ ਜਾਏ, ਅਤੇ ਅਸੀਂ ਆਖਦੇ ਕਿ ਫਿਰ ਤੇਰਾ ਪੜ੍ਹਨ ਦਾ ਕੀ ਫਾਇਦਾ ਜੇ ਤੂੰ ਕੋਰਸ ਪੂਰਾ ਹੀ ਨਹੀਂ ਕਰਨਾ, ਜੇ ਤੂੰ ਪਾਸ ਹੀ ਨਹੀਂ ਹੋਇਆ ਅਤੇ ਫਿਰ ਤੇਰਾ ਪੜ੍ਹਨ ਦਾ ਕੀ ਫਾਇਦਾ, ਫਿਰ ਤੇਰਾ ਉੱਥੇ ਐਡਮਿਸ਼ਨ ਲੈਣ ਦਾ ਕੀ ਫਾਇਦਾ। ਕਹਿਣ ਤੋਂ ਭਾਵ ਹੈ ਕਿ ਜੇ ਇਹ ਜਨਮ ਲੈ ਲਿਆ ਹੈ, ਦੇਹੀ ਮਿਲੀ ਹੈ, ਅਤੇ ਫਿਰ ਮਾਲਕ ਦੇ ਹੁਕਮ ਵਿੱਚ ਜੁੜ। ਫਿਰ ਉਹ ਤੋਂ ਬਿਨਾਂ ਕਿਉਂ? ਜੇ ਜਨਮ ਤੂੰ ਲੈ ਹੀ ਲਿਆ, ਭਾਵ ਦੇਹੀ ਮਾਲਕ ਨੇ ਬਖਸ਼ੀ ਦਿੱਤੀ ਹੈ, ਫਿਰ ਜੁੜ ਉਹਦੇ ਸ਼ਬਦ ਵਿੱਚ, ਫਿਰ ਪਾਸ ਹੋ। ਫਿਰ ਜਿਹੜੇ ਇਮਤਿਹਾਨ ਮਾਲਕ ਅਤੇ ਗੁਰੂ ਲੈਂਦਾ ਉਹਨਾਂ ਦੇ ਵਿੱਚ ਪਾਸ ਹੋ, ਅਵੱਲ ਰਹਿ। ਐਵੇਂ ਫੇਲ ਕਿਉਂ ਹੁੰਨਾ ਫਿਰਦਾ ਵਿਕਾਰਾਂ ਪਿੱਛੇ, ਮਾੜੀ ਸੰਗਤ ਮਾੜੇ ਵਿਕਾਰਾਂ ਦੇ ਨਾਲ ਜੁੜ ਕਰਕੇ? ਇਸ ਕਰਕੇ ਕਿ ਜਿਹਨੇ ਫਿਰ ਪੂਰੇ ਗੁਰੂ ਦੀ ਸੇਵਾ ਹੀ ਨਹੀਂ ਕੀਤੀ। ਸੇਵਾ ਕਰਨੀ ਤੋਂ ਭਾਵ ਹੁਕਮ ਮੰਨਣਾ, ਇਹੀ ਅਰਥ ਹੀ ਹੁੰਦਾ ਨਾ ਸੇਵਾ ਕਰਨ ਦਾ। ਕਿ ਜਿਵੇਂ ਕੋਈ ਕਿਸੇ ਵੀ ਧਰਮ ਸਥਾਨ ਦੀ ਗੱਲ ਅਸੀਂ ਦੁਨਿਆਵੀ ਤੌਰ 'ਤੇ ਕਰ ਲਈਏ, ਜਾਂ ਕਈ ਵਾਰ ਬਜ਼ੁਰਗਾਂ ਦੀ ਸੇਵਾ ਕਰਨ ਦੀ ਗੱਲ ਹੁੰਦੀ ਹੈ, ਅਤੇ ਜੇਕਰ ਅਸੀਂ ਆਪਣੇ ਤਰੀਕੇ ਨਾਲ ਸੇਵਾ ਕਰੀਏ, ਕਿ ਜੇਕਰ ਉਹਨੂੰ ਬਜ਼ੁਰਗ ਨੂੰ ਸ਼ੂਗਰ ਹੋਏ ਤਾਂ ਅਸੀਂ ਆਖੀਏ ਨਾ ਅਸੀਂ ਤਾਂ ਸ਼ੂਗਰ ਫਰੀ ਨਹੀਂ ਬਣਾ ਸਕਦੇ, ਸੇਵਾ ਤੇਰੀ ਅਸੀਂ ਮਿੱਠੇ ਨਾਲ ਹੀ ਕਰਨੀ ਹੈ। ਉਹ ਸੇਵਾ ਪ੍ਰਵਾਨ ਹੋਏਗੀ? ਉਹ ਆਖ ਕੇ ਨਹੀਂ, ਮੈਂ ਖੁਸ਼ ਨਹੀਂ ਹਾਂ। ਪਰ ਜੇ ਸੇਵਾ ਉਹ ਪ੍ਰਵਾਨ ਹੈ ਕਿ ਜੇਕਰ ਅਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਕਰਦੇ ਹਾਂ ਤਾਂ ਜੋ ਚਾਹੁੰਦੇ ਹੈ ਕਿ ਜਦੋਂ ਆਪਣੀ ਸਰੀਰਕ ਅਵਸਥਾ ਉਹਨਾਂ ਦੀ ਉਹ ਨਹੀਂ ਰਹਿੰਦੀ ਕਿ ਉਹ ਆਪ ਤੁਰ ਫਿਰ ਸਕਣ ਜਾਂ ਬਣਾ ਕੇ ਖਾ ਸਕਣ, ਅਤੇ ਫਿਰ ਸਾਡੀ ਸੇਵਾ ਕਦੋਂ ਪ੍ਰਵਾਨ ਹੈ? ਜਦੋਂ ਉਹਨਾਂ ਦੀ ਸੇਵਾ ਉਹਨਾਂ ਦੇ ਮੁਤਾਬਕ ਹੋਏ ਕਿ ਸਾਨੂੰ ਹੁਣ ਆਹ ਚਾਹੀਦਾ, ਇਸ ਤਰ੍ਹਾਂ ਆਹ ਕਰਨਾ ਹੈ, ਆਹ ਕਰਨਾ ਹੈ। ਕਹਿਣ ਤੋਂ ਭਾਵ ਹੈ ਕਿ ਜਿਹਦੇ ਵਿੱਚ ਉਹ ਖੁਸ਼ ਰਹਿਣ, ਫਿਰ ਉਹ ਪ੍ਰਵਾਨ ਹੈ। ਇਸੇ ਤਰ੍ਹਾਂ ਹੀ ਗੁਰੂ ਹੈ ਕਿ ਇਹ ਨਹੀਂ ਕਿ ਗੁਰੂ ਕੋਲ ਆ ਵੀ ਗਏ ਤੇ ਅਸੀਂ ਆਪਣੇ ਤਰੀਕੇ ਨਾਲ ਹੀ ਕਾਰਜ ਕਰਨੇ ਆ। ਗੁਰੂ ਪਾਤਸ਼ਾਹ ਜੀ ਗੁਰੂ ਜ਼ਰੂਰ ਹੈ ਸਾਡਾ ਤੂੰ, ਪਰ ਮਰਜ਼ੀ ਅਸੀਂ ਆਪਣੀ ਕਰਨੀ, ਉਹ ਸੇਵਾ ਪ੍ਰਵਾਨ ਨਹੀਂ ਹੈ। ਇਸ ਕਰਕੇ ਪਾਤਸ਼ਾਹ ਜੀ ਆਖਣ ਲੱਗੇ, ਜਿੰਨਾ ਚਿਰ ਪੂਰੇ ਗੁਰੂ ਦੀ ਸੇਵਾ ਹੀ ਨਹੀਂ ਕੀਤੀ, ਸੇਵਾ ਹੀ ਨਹੀਂ, ਹੁਕਮ ਹੀ ਨਹੀਂ ਮੰਨਿਆ, ਓਨਾ ਸਮਾਂ ਭਾਵ ਹੈ ਜਿਹੜਾ ਇਹ ਸਮਝ ਲੈਣਾ ਕਿ ਜਨਮ ਹੈ ਇਹ ਬਿਰਥਾ ਹੀ ਗਵਾ ਲਿਆ ਹੈ। ਆਪੇ ਹਰ ਜਗ ਜੀਵਨ ਦਾਤਾ, ਆਪੇ ਬਖਸ਼ ਮਿਲਾਏ। ਆਪ ਹੀ ਪ੍ਰਮਾਤਮਾ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਅਤੇ ਜਗ ਜੀਵਨ, ਕਿ ਜਿਹੜੇ ਇਹ ਜਗਤ ਨੂੰ ਜਿਸ ਨੇ ਜੀਵਨ ਦਿੱਤਾ ਹੈ ਅਤੇ
ਉਹ ਆਪਣੀ ਮਿਹਰ ਕਰਕੇ ਹੀ ਜੀਵਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ। ਫਿਰ ਤੋਂ ਆਪਾਂ ਰਹਾਉ ਦੇ ਬੰਦ ਵੱਲ ਵੇਖੀਏ, ਪਿਛਲੀ ਪੰਕਤੀ ਵੱਲ, ਕਿ ਜਿਹੜਾ ਪੂਰੇ ਗੁਰੂ ਦੀ ਸੇਵਾ ਕਰਦਾ ਹੈ ਉਹ ਹੀ ਮਾਲਕ ਦੀ ਮਿਹਰ ਦਾ ਪਾਤਰ ਬਣਦਾ ਹੈ, ਉਹਨੂੰ ਮਾਲਕ ਮਿਲਾਉਂਦਾ ਹੈ, ਹੋਰ ਨਹੀਂ। ਕਹਿਣ ਤੋਂ ਭਾਵ ਹੈ ਕਿ ਉਹਦਾ ਨਿਯਮ ਹੈ ਕਿ ਜਿਹੜਾ ਗੁਰੂ ਦੇ ਹੁਕਮ ਵਿੱਚ ਹੋਏਗਾ ਉਹ ਹੀ ਮੈਨੂੰ ਆ ਕੇ ਮਿਲੇਗਾ, ਉਹ ਹੀ ਮਿਹਰ ਦਾ ਪਾਤਰ ਬਣੇਗਾ। ਅਤੇ ਹੁਣ ਮੇਰੇ ਵਰਗਾ ਤਾਂ ਕਈ ਵਾਰ ਫਿਰ ਉਹ ਬਾਹਰੀ ਤੌਰ 'ਤੇ ਵੀ ਸੋਚ ਲੈਂਦਾ ਕਿ ਰੱਬ ਨੇ ਮਿਹਰ ਕਰਨੀ, ਜਦੋਂ ਜੋ ਹੋਣਾ ਉਹ ਹੋ ਜਾਣਾ। ਉਹ ਕੁਝ ਹੋਣਾ ਜੋ ਉਹਦੇ ਹੁਕਮ ਵਿੱਚ ਆਲਰੇਡੀ ਅਟੱਲ ਹੁਕਮ ਹੈ। ਬਾਕੀ ਜਿਹੜੇ ਸਾਡੇ ਕਾਰਜ ਹੈ ਉਹ ਸਾਨੂੰ ਗੁਰੂ ਦੱਸਦਾ ਕਿ ਮਨੁੱਖਾ ਤੂੰ ਕਰਨਾ ਕੀ ਹੈ। ਜੀਵ ਜੰਤੂ ਪੰਛੀ ਆਪਣਾ ਕਾਰਜ ਕਰ ਰਹੇ ਨੇ, ਪਰ ਸਾਡੇ ਵਾਸਤੇ ਹੀ ਗੁਰਬਾਣੀ ਹੈ, ਸਾਡੇ ਵਾਸਤੇ ਗੁਰੂ ਦਾ ਸ਼ਬਦ ਹੈ, ਸਾਡੇ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਨੇ ਕਿ ਮਨੁੱਖਾ ਇੰਜ ਨਾ ਕਰ, ਇੰਜ ਕਰ। ਭਾਵ ਕਿ ਗੁਰੂ ਦੇ ਹੁਕਮ ਅਨੁਸਾਰੀ ਤੁਰ, ਤਾਂ ਹੀ ਤੂੰ ਜਿਹੜਾ ਹੈ ਉਹ ਮਾਲਕ ਦੀ ਮਿਹਰ ਬਖਸ਼ਿਸ਼ ਦਾ ਪਾਤਰ ਬਣੇਗਾ। ਜੀ ਜੰਤ ਇਹ ਕਿਆ ਵਿਚਾਰੇ, ਕਿਆ ਕੋ ਆਖ ਸੁਨਾਏ। ਵੇਖੋ ਹੁਣ ਪਾਤਸ਼ਾਹ ਜੀ ਰਹਿਮਤ ਕਰ ਰਹੇ ਨੇ ਕਿ ਜੀ ਜੰਤ ਇਹ ਕਿਆ ਵਿਚਾਰੇ, ਕਿ ਨਹੀਂ ਤਾਂ ਇਹ ਜੀਵ ਜੰਤ ਵਿਚਾਰੇ ਕੀ ਹਨ। ਭਾਵ ਇਹਨਾਂ ਦੀ ਕੋਈ ਪਾਇਆ ਨਹੀਂ, ਕੋਈ ਤਾਕਤ ਨਹੀਂ ਕਿ ਇਹ ਆਪਣੇ ਕਿਸੇ ਉਦਮ ਦੇ ਨਾਲ ਗੁਰੂ ਤੋਂ ਬਾਹਰੀ ਹੋ ਕੇ ਕੋਈ ਐਸਾ ਉਦਮ ਕਰਨ ਕਿ ਜਿਸ ਨਾਲ ਇਹ ਮਾਲਕ ਦੇ ਚਰਨਾਂ ਨਾਲ ਜੁੜ ਸਕਣ, ਕਿ ਗੁਰੂ ਦਾ ਸ਼ਬਦ ਨਾ ਮੰਨਣ ਪਰ ਹੋਰ ਕੋਈ ਕਰਮ ਕਰਨ ਜਾਂ ਉਦਮ ਕਰਨ। ਜਿਵੇਂ ਜਪ ਕਰਦਾ, ਕੋਈ ਤਪ ਕਰਦਾ, ਕੋਈ ਸੰਜਮ ਹੈ, ਕੋਈ ਮੋਨੀ ਹੈ, ਕੋਈ ਕੁਝ ਹੈ। ਇਹ ਕੀ ਨੇ? ਹੈ ਤੇ ਰੱਬ ਨਾਲ ਜੁੜਨ ਦੇ ਇੱਕ ਇਹੀ ਆਖਿਆ ਜਾਂਦਾ ਸਾਧਨ ਹੈ ਜਾਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੈ। ਪਰ ਮਾਲਕ ਜੀ ਆਖਣ ਲੱਗੇ ਇਹਨਾਂ ਦੇ ਨਾਲ, ਇਹ ਉਦਮ ਕਰਨ ਦੇ ਨਾਲ ਕਿਸੇ ਨੂੰ ਵੀ ਕੋਈ ਪ੍ਰਾਪਤੀ ਨਹੀਂ ਹੁੰਦੀ। ਭਾਵ ਕਿ ਕੋਈ ਜੀਵ ਕੀ ਆਖ ਕੇ ਕਿਸੇ ਨੂੰ ਜਿਹੜਾ ਹੈ ਉਹ ਸੁਣਾ ਸਕਦਾ ਹੈ। ਗੁਰਮੁਖ ਆਪੇ ਦੇ ਵਡਿਆਈ, ਆਪੇ ਸੇਵ ਕਰਾਏ। ਆਪਾਂ ਵਿਚਾਰ ਲਗਭਗ ਪਹਿਲਾਂ ਕਰ ਚੁੱਕੇ ਹਾਂ, ਅਤੇ ਇੱਥੇ ਸਤਿਗੁਰੂ ਜੀ ਨੇ ਵੇਖੋ ਰਹਿਮਤ ਵੀ ਉਵੇਂ ਕੀਤੀ ਹੈ ਕਿ ਗੁਰਮੁਖ ਆਪੇ ਦੇ ਵਡਿਆਈ, ਕਿ ਮਾਲਕ ਪ੍ਰਭੂ ਆਪ ਹੀ ਗੁਰੂ ਦੀ ਰਾਹੀਂ ਆਪਣੇ ਨਾਮ ਦੀ ਵਡਿਆਈ ਦਿੰਦਾ ਹੈ। ਕਿ ਮਤਾਂ ਕਿਤੇ ਸਮਝ ਲੈਣਾ ਕਿ ਕੋਈ ਹੋਰ ਤਰੀਕਾ ਹੈ ਜਾਂ ਹੋਰ ਕਿਸੇ ਉਦਮ ਨਾਲ ਉਸ ਰੱਬ ਦੇ ਮਾਲਕ ਦੇ ਨਾਲ ਮਿਲਾਪ ਹੋਏਗਾ। ਗੁਰੂ ਹੀ ਇੱਕੋ ਇੱਕ ਦਰਵਾਜ਼ਾ ਹੈ, ਗੁਰੂ ਹੀ ਵਿਚੋਲਾ ਹੈ, ਗੁਰੂ ਹੀ ਰਸਤਾ ਹੈ, ਗੁਰੂ ਹੀ ਉਹ ਸਾਧਨ ਹੈ ਜਿਸ ਨਾਲ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਭਾਵ ਮਾਲਕ ਆਪਣੇ ਨਾਮ ਦੀ ਵਡਿਆਈ ਬਖਸ਼ਦਾ ਹੈ, ਆਪੇ ਸੇਵ ਕਰਾਏ, ਆਪ ਹੀ ਆਪਣੀ ਸੇਵਾ ਭਗਤੀ ਫਿਰ ਕਰਾਉਂਦਾ ਹੈ। ਪਰ ਹੁੰਦਾ ਇਹ ਕਿਸ ਦੇ ਰਾਹੀਂ ਹੈ? ਗੁਰੂ ਦੇ ਰਾਹੀਂ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਨਾਂ ਤੋਂ ਬਿਨਾਂ ਨਾ ਤੇ ਸਾਡਾ ਜੀਵਨ ਹੈ ਉਹ ਸੁਖੀ ਹੋ ਸਕਦਾ ਹੈ, ਨਾ ਅਸੀਂ ਆਨੰਦ ਪ੍ਰਾਪਤ ਕਰ ਸਕਦੇ ਹਾਂ, ਅਤੇ ਨਾ ਹੀ ਉਸ ਮਾਲਕ ਦੇ ਨਾਲ ਮਿਲਾਪ ਉਹ ਹਾਸਲ ਕਰ ਸਕਦੇ ਹਾਂ। ਦੇਖ ਕੁਟੰਬ ਮੋਹ ਲੋਭਾਣਾ, ਚਲਦਿਆਂ ਨਾਲ ਨਾ ਜਾਈ। ਮੋਹ ਹਾਹੇ ਨੂੰ ਸਿਹਾਰੀ ਹੈ, ਇਹਨੂੰ ਕਈ ਵਾਰ ਮੋਹੇ ਵੀ ਪੜ੍ਹਿਆ ਜਾਂਦਾ ਹੈ। ਉਦੋਂ ਹੁੰਦਾ ਹੈ ਭਾਵ ਜਦੋਂ ਮੇਰੀ ਗੱਲ ਹੋਈ, ਮੋਹੇ ਤੋਂ ਭਾਵ ਮੈਨੂੰ, ਪਰ ਇੱਥੇ ਹੈ ਮੋਹ ਹਾਹੇ ਨੂੰ ਸਿਹਾਰੀ ਲੱਗੀ ਹੈ, ਇਹਦਾ ਭਾਵ ਹੈ ਮੋਹ ਵਿੱਚ। ਸਤਿਗੁਰੂ ਜੀ ਆਖਣ ਲੱਗੇ ਕਿ ਮਨੁੱਖ ਆਪਣੇ ਪਰਿਵਾਰ ਨੂੰ ਦੇਖ ਕੇ, ਕੁਟੰਬ ਦਾ ਅਰਥ ਪਰਿਵਾਰ, ਕਿ ਆਪਣੇ ਪਰਿਵਾਰ ਨੂੰ ਦੇਖ ਕੇ ਉਸ ਦੇ ਮੋਹ ਵਿੱਚ ਫਸ ਜਾਂਦਾ ਹੈ ਅਤੇ ਕਦੇ ਇਹ ਨਹੀਂ ਸਮਝਦਾ ਕਿ ਜਗਤ ਤੋਂ ਤੁਰਨ ਵੇਲੇ ਕਿਸੇ ਨੇ ਨਾਲ ਨਹੀਂ ਜਾਣਾ, ਕਿ ਫਸ ਜਾਂਦਾ ਇਸ ਚੀਜ਼ ਦੇ ਵਿੱਚ, ਮੋਹ ਦੇ ਵਿੱਚ, ਕਿ ਸਮਝ ਲੈਂਦਾ
कि शायद यही मेरे संगी साथी ने सदा निभणगे, पर अंत वेले इन्हां विचों चलदियां नाल न जाई। अखीर नूं कोई भी नाल नहीं जाता है। सतगुर सेव गुण निधान पाया, तिसकी कीम न पाई। सतगुरु पातशाह जी हुण इत्थे एक शब्द विचारणयोग है। आपां पहिलां भी विचार कीती है कि जिहड़ा शब्द तिस, किस, जिस, इस, ये चार शब्द आउंदे ने, ये बहुती वार औंकड़ सहित आउंदा सस्सा इन्हां दा, पर इन्हां दा सस्से दा औंकड़ उदों खत्म हुंदा है जदों नाल प्रगट रूप दे विच कोई संबंधकी शब्द आ जाए कि जिहदा इहदे नाल संबंध होए। जिवें हुण इत्थे है तिस की है किहदा भाव इहदा संबंधक है, इहदे नाल है शब्द, इस करके इहदा औंकड़ खत्म हो गया। ये आउणा उदों ही है भाव जदों प्रगट रूप दे विच आया। पर जे इत्थे तिस कीम ना पाई, जे कक्का इत्थे ना हुंदा ते इहनूं औंकड़ आ जाना सी। इहदा यही नियम है इन्हां चारां अखरां दा, किस, तिस, जिस, इस। जदों प्रगट रूप दे विच भाव लिखिया होया नाल आएगा उदों ही औंकड़ खत्म होएगा, नहीं तो औंकड़ हमेशा नाल इहदे आएगा ही आएगा जदों भी ये पावन बाणी दे विच जिहड़ा है इस तरीके दे नाल वरतिया जावेगा। पातशाह जी आखण लगे कीमत तो भाव कीमत। पातशाह जी समझा रहे ने कि जिस मनुख ने गुरु की शरण पै के गुणां दा खजाना परमात्मा लभ लिया है, गुण निधान पाया, किस तरह सतगुर सेव, सच्चे सतगुरु की शरण पै के सेवा करके तिसकी कीम ना पाई, फिर उस दी शोभा का फिर मुल नहीं पै सकता, कोई कीमत है जिहड़ा वो नहीं पा सकता है। प्रभ सखा हर जियो मेरा, अंते होए सखाई। सखा भाव मित्र, कि मेरा संगी है, मेरा साथी है, मेरा मित्र है, सखा। सतगुरु जी समझा रहे ने कि प्रभ सखा हर जियो मेरा, कि प्यारा प्रभु मालिक जो असल मित्र है, अंत वेले जदों होर सारे साक अंग फिर साथ छड़ देंदे ने, उसदा साथी बनता है, वही फिर अखीर नूं साथी बनता है। वही जिहड़ा वो सहाई है वो हुंदा है अंते होए सखाई, भाव वो सहायता करता है, साथी बनता है। पेयड़ जग जीवन दाता, मन मुख पत गवाई। पेयड़ तो भाव पेका घर, ते गुरबाणी दे विच की अर्थ होएगा इसदा? ये संसार, कि इस संसार दे विचों एक ना एक दिन असीं सहुरे घर जाना ही जाना है। ये पेका घर है कि इत्थों एक ना एक दिन सब ने चलना ही चलना है। जिवें कि परिवार दे विच लड़की है वो अपने पेके घर तो सहुरे घर विच विआह के जाती, इस तरह असीं भी एक ना एक दिन इत्थों चलना है। सतगुरु ने पेयड़ै जग जीवन दाता, कि मनमुख पत गवाई, कि अपने मन पिछे तुरन वाले मनुख ने इस पेके घर विच, इस लोक विच परमात्मा नूं विसार के भुल के सब दातां, जिहड़ा सब दातां देण वाला है, जो सारे जगत दे जीवां दी जिंदगी दा आसरा है, सहारा है, उसनूं भुला के फिर उसने की है अपनी इज्जत गवा लई है, कि उन्हें गुनाह किया है ना भुलाउण दा, ते मालिक फिर अपने नाम नूं भुलाउण दी ही फिर सज़ा दिंदा है, कि जिहड़ा विकारां दे हत्थे चढ़ जांदा है, माया दे विकारां दे मोह विच फस जांदा है, फिर उस नूं फिर उस दे कीते कर्मां दी
सजा है वो भुगतनी जिहड़ी वो पैंदी है। बिन सतगुर को मग न जाने, अंधे ठौर न काई। हुण सतगुरु पातशाह जी इत्थे मग शब्द वरते है। मग इहदा अर्थ की है जी? हाँ जी, ये जपजी साहब जी दे विच भी आपां सरवण करके विचार के आए हैं। की सी उत्थे शब्द? मन्नै मग न चलै पंथ। ते पंथ दा अर्थ भी रस्ता है। पंथ दा अर्थ भी रस्ता है, मग दा अर्थ भी रस्ता है। इत्थे हुण मग शब्द है जिहड़ा वो पुलिंग सतगुरु पातशाह जी ने मार्ग रस्ता जिहड़ा है वो बख्शिया है। एक शब्द पिछे अंधे ठौर न काई, काई शब्द वरतिया है। काई तो भाव है कोई। ये काई लफ्ज़ है जिहड़ा ये इस्त्री लिंग है, पर लफ्ज़ कोई है जिहड़ा वो इहदी थां ते पुलिंग है। कि सतगुरु पातशाह जी ने हुण इत्थे इस्त्री लिंग दे विच इकाई शब्द जिहड़ा वो रहमत कीती। ठौर दा की अर्थ है? थां, सहारा, टिकाणा। ठीक है जी। पातशाह जी आखन लगे बिन सतगुर को मग न जाने, कि गुरु दी शरण तो बिना कोई मनुख जीवन दा सही रस्ता नहीं समझ सकता। कि रस्ते दी जीवन मार्ग दी समझ गुरु तो बिना नहीं पै सकती, समझ नहीं लग सकती। अंधे ठौर न काई, माया दे मोह विच अन्ने होए मनुख नूं किते कोई सहारा नहीं मिलता। कोई भी किते भी कोई सहारा जिहड़ा है वो नहीं मिलता है। हर सुख दाता मन नहीं वसिया, अंत गया पछुताई। जिस मनुख दे मन विच सारे सुख देन वाला परमात्मा नहीं वसदा, अंत गया पछताई। वो अंत वेले इत्थों फिर पछताउंदा होया ही जांदा है। पेयड़े जग जीवन दाता, गुरमत मन वसाया। पेयड़े भाव इस संसार इस लोक विच रहिंदियां होइयां जिन्हां मनुखां ने जग जीवन दाता, जगत नूं जीवन देन वाला, सहारा देन वाला, दातां देन वाला प्रभु मालक गुरमत मन वसाया। गुरु दी मत राहीं अपने मन विच वसा लिया है। कि जिन्हां ने गुरु की मत राही उस मालक नूं अपने हिरदे दे विच प्रगट कर लिया है, वसाया है। की हुंदा है? अन दिन भगत करहें दिन राती, हौमै मोह चुकाया। फिर वो की हुंदा है उन्हां दे जीवन विच? कि अन दिन भगत करें दिन राती। ਇਹਦੇ अर्थ की होणगे जी? हर दिन वो भगती करते फिर मालिक दी। इत्थे भगत, भगत का अर्थ भगती है। कि फिर वो अन दिन भाव दिन रात हर वेले सदा वो मालिक की भगती करते हैं। अते हौमै मोह चुकाया। इहदा की अर्थ होएगा जी? फिर अपने जीवन दे विचों हौमै ਅਤੇ ਮੋਹ ਆਦਿ ਵਿਕਾਰ ਨੇ ਇਹਨਾਂ ਨੂੰ ਦੂਰ ਕਰ ਲੈਂਦੇ ਆ, ਖਤਮ ਕਰ ਦਿੰਦੇ, ਨਾਸ਼ ਕਰ ਲੈਂਦੇ ਹਨ। ਜਿਸ ਸਿਉ ਰਾਤਾ ਤੈਸੋ ਹੋਵੇ, ਸੱਚੇ ਸੱਚ ਸਮਾਇਆ। ਜਿਸ ਸਿਉ ਰਾਤਾ ਤੈਸੋ ਹੋਵੇ, ਸੱਚੇ सच समाया। सतगुरु पातशाह जी आखन लगे कि ये एक कुदरती नियम है कि जिहड़ा मनुख जिस दे प्रेम विच रंगिया जाता है फिर उसे वर्गा हो जाता है। कि सहजे है कि
ਕੋਈ ਵੀ ਬੱਚਾ ਹੈ ਉਹ ਭਾਵੇਂ ਇੱਥੇ ਹੁਣ ਪੰਜਾਬ ਦੇ ਕਿਸੇ ਘਰ ਦੇ ਵਿੱਚ ਪੈਦਾ ਹੋਵੇ, ਉਹਦੇ ਘਰ ਦੇ ਵਿੱਚ ਸਿਰਫ ਪੰਜਾਬੀ ਬੋਲੀ ਜਾਂਦੀ ਹੋਵੇ, ਉਹਨੂੰ ਜੰਮਦੇ ਨੂੰ ਹੀ ਜਿਹੜਾ ਹੈ ਵਿਦੇਸ਼ ਕਿਤੇ ਭੇਜ ਦਿੱਤਾ ਜਾਵੇ ਜਾਂ ਐਸੇ ਕਿਸੇ ਪਰਿਵਾਰ ਦੇ ਵਿੱਚ ਭੇਜ ਦਿੱਤਾ ਜਾਏ ਜਿੱਥੇ ਪੰਜਾਬੀ ਬਿਲਕੁਲ ਨਾ ਬੋਲੀ ਜਾਂਦੀ ਹੋਵੇ, ਤਾਂ ਉਹ ਬੱਚਾ ਕੀ ਹੋਏਗਾ? ਪੰਜਾਬੀ ਬੋਲੇਗਾ ਜਾਂ ਇੰਗਲਿਸ਼ ਬੋਲੇਗਾ, ਹੋਰ ਭਾਸ਼ਾ ਬੋਲੇਗਾ? ਉਹ ਭਾਸ਼ਾ ਬੋਲੇਗਾ ਜਿੱਥੇ ਉਹ ਰਹਿ ਰਿਹਾ ਹੈ। ਦੂਸਰੀ ਉਦਾਹਰਨ ਕਿ ਜੇਕਰ ਕੋਈ ਬੱਚਾ ਚੰਗੀ ਸੰਗਤ ਤੋਂ ਮਾੜੀ ਸੰਗਤ ਵਿੱਚ ਜਾ ਕੇ ਬੈਠਦਾ ਹੈ, ਜਾਂ ਕਹਿ ਲਈਏ ਕਿ ਕੋਈ ਬੱਚਾ ਹੈ ਜਿਹੜਾ ਉਹ ਆਪਣੇ ਪਰਿਵਾਰ ਤੋਂ ਜਦੋਂ ਬਾਹਰ ਨਿਕਲ ਕਰਕੇ ਬਾਹਰ ਦੀ ਸੰਗਤ ਨੂੰ ਜਿਹੜਾ ਕਹਿ ਦਈਏ ਕਿ ਪ੍ਰਾਪਤ ਕਰਦਾ ਹੈ, ਸੰਗਤ ਵਿੱਚ ਜਾਂਦਾ ਹੈ, ਅਤੇ ਉੱਥੋਂ ਫਿਰ ਉਹੋ ਜਿਹਾ ਰੰਗ ਫੜਦਾ ਜਿੱਥੋਂ ਦੀ ਜਿਹੋ ਜਿਹੀ ਸੰਗਤ ਵਿੱਚ ਉਹ ਰਹਿੰਦਾ ਹੈ। ਜਿਵੇਂ ਪਾਤਸ਼ਾਹ ਜੀ ਬੜਾ ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਸਾਨੂੰ ਸਮਝ ਪੈਂਦੀ ਹੈ ਕਿ ਇੱਕ ਹੁੰਦੀ ਸੰਗਤ, ਇੱਕ ਕੁਸੰਗਤ ਅਤੇ ਇੱਕ ਸਤ ਸੰਗਤ। ਕਿ ਸੰਗਤ ਹੈ ਆਮ, ਪਰ ਜਦੋਂ ਮਨੁੱਖ ਕੁਸੰਗਤ 'ਚ ਬੈਠਦਾ ਹੈ ਤਾਂ ਉਦੋਂ ਮਾੜੇ ਕਰਮ, ਮਾੜੀਆਂ ਆਦਤਾਂ, ਮਾੜਾ ਜੀਵਨ ਪ੍ਰਾਪਤ ਕਰਦਾ, ਅਤੇ ਜਦੋਂ ਫਿਰ ਸਤ ਸੰਗਤ ਵਿੱਚ ਬੈਠਦਾ ਹੈ ਉਦੋਂ ਉੱਥੋਂ ਚੰਗੇ ਗੁਣ ਧਾਰਨ ਕਰਦਾ ਹੈ। ਕਹਿਣ ਤੋਂ ਭਾਵ ਹੈ ਕਿ ਫਰਕ ਸਿਰਫ ਸੰਗਤ ਦਾ ਹੈ ਕਿ ਜਿਵੇਂ ਦਾ ਕੋਈ ਹੋਏਗਾ। ਹੁਣ ਜਿਵੇਂ ਅਸੀਂ ਗੱਲ ਕਰ ਲਈਏ ਕਲਾਸ ਦੇ ਵਿੱਚ ਕਈ ਮੇਰੇ ਵਰਗੇ ਵੀ ਹੁੰਦੇ ਜਿਹੜੇ ਆਪ ਵੀ ਨਹੀਂ ਪੜ੍ਹਦੇ ਅਤੇ ਕਿਸੇ ਹੋਰ ਨੂੰ ਨਹੀਂ ਪੜ੍ਹਨ ਦਿੰਦੇ, ਕਈ ਬਹੁਤ ਇੰਟੈਲੀਜੈਂਟ ਹੁੰਦੇ ਆ। ਹੁਣ ਭਾਵੇਂ ਕੋਈ ਨਾ ਵੀ ਪੜ੍ਹਦਾ ਹੋਏ, ਉਹ ਵੀ ਜੇਕਰ ਚੰਗੇ ਪੜ੍ਹਨ ਵਾਲੇ ਬੱਚਿਆਂ ਦੇ ਕੋਲ ਬੈਠੇਗਾ ਤਾਂ ਸਹਿਜੇ ਹੈ ਕਿ ਉਹ ਵੀ ਚੰਗਾ ਪੜ੍ਹਨ ਲੱਗ ਜਾਏਗਾ। ਉਹਦਾ ਵੀ ਦਿਮਾਗ ਹੈ ਜਿਹੜਾ ਭਾਵੇਂ ਨਾ ਵੀ ਕੁਝ ਆਉਂਦਾ ਹੋਏ ਤਾਂ ਵੀ ਉਹ ਕਿਤੇ ਨਾ ਕਿਤੇ ਹੈ ਪਹਿਲਾਂ ਨਾਲੋਂ ਇੰਪਰੂਵ ਕਰ ਜਾਏਗਾ ਕਿ ਹਾਂ ਠੀਕ ਹੈ ਕਿ ਆਹ ਸਵਾਲ ਦਾ ਉੱਤਰ ਇਸ ਤਰ੍ਹਾਂ ਹੈ, ਇੱਥੇ ਆਹ ਫਾਰਮੂਲਾ ਹੋਏਗਾ, ਇਹਨੂੰ ਇਸ ਤਰੀਕੇ ਨਾਲ ਹੱਲ ਕਰਨਾ। ਉਹਨੂੰ ਕੀ ਪਤਾ ਲੱਗ ਜਾਏਗਾ ਕਿਉਂਕਿ ਉਹ ਵੱਧ ਸਟੱਡੀ, ਵੱਧ ਹੁਸ਼ਿਆਰ ਬੱਚਿਆਂ ਦੇ ਕੋਲ ਬੈਠਦਾ। ਪਰ ਜਿਹੜਾ ਮੇਰੇ ਵਰਗਾ ਪਿੱਛੇ ਜਾ ਕੇ ਬੈਠਦਾ, ਕਿਤੇ ਟੀਚਰ ਵੇਖ ਹੀ ਨਾ ਲਏ, ਅਤੇ ਉਹ ਫਿਰ ਉਸੇ ਹਿਸਾਬ ਨਾਲ ਹੀ ਉਹਦੇ ਨੰਬਰ ਵੀ ਆਉਣਗੇ ਕਿ ਜਿਹਨੇ ਕਿਤਾਬ ਚੁੱਕ ਕੇ ਵੇਖੀ ਨਾ ਹੋਏ, ਸਿਰਫ ਹਾਜ਼ਰੀਆਂ ਪੂਰੀਆਂ ਕੀਤੀਆਂ ਹੋਣ ਕਿ ਕੋਈ ਗੱਲ ਨਹੀਂ। ਕਹਿਣ ਤੋਂ ਭਾਵੇਂ ਜਿਹੋ ਜਿਹੀ ਸੰਗਤ ਉਹੋ ਜਿਹੀ ਰੰਗਤ। ਕਿ ਜਿਵੇਂ ਵਾਂਸ ਦੇ ਕੋਲ ਵਾਂਸ ਜਿਹੜਾ ਚੰਦਨ ਦੀ ਜਿਹੜੀ ਸੰਗਤ ਕਰਦੇ ਨੇ, ਭਾਵੇਂ ਨਿੰਮ ਦਾ ਦਰਖਤ ਉਹਦੇ ਕੋਲ ਉਗਾਵੇ ਉਹ ਵੀ ਸੁਗੰਧਿਤ ਹੋ ਜਾਂਦਾ, ਉਹਦੇ ਵਰਗੀ ਮਹਿਕ ਆਉਂਦੀ ਹੈ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਇੱਥੇ ਆਖਦੇ ਨੇ ਕਿ ਜਿਵੇਂ ਸੰਸਾਰ ਦਾ ਇੱਕ ਨਿਯਮ ਹੈ, ਜਿਸ ਸਿਉਂ ਰਾਤਾ, ਜਿਹਨੂੰ ਮਨੁੱਖ ਜਿਹੜਾ ਹੈ ਪ੍ਰੇਮ ਕਰਦਾ ਹੈ, ਜਿਸ ਦੇ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ, ਫਿਰ ਉਹ ਵੀ ਉਸੇ ਵਰਗਾ ਤੈਸੋ ਹੋਵੇ, ਉਹੋ ਜਿਹਾ ਹੋ ਜਾਂਦਾ ਹੈ। ਸੱਚੇ ਸੱਚ ਸਮਾਇਆ ਅਤੇ ਫਿਰ ਸੋ ਸਦਾ ਥਿਰ ਸੱਚੇ ਪ੍ਰਭੂ ਦੇ ਪ੍ਰੇਮ ਵਿੱਚ ਰੱਤਾ ਹੋਇਆ ਮਨੁੱਖ ਵੀ ਸਦਾ ਮਾਲਕ ਦੇ ਵਿੱਚ ਲੀਨ ਰਹਿੰਦਾ ਹੈ, ਭਾਵ ਉਹਦੇ ਵਰਗਾ ਜੀਵਨ ਉਹਦਾ ਹੋ ਜਾਂਦਾ ਹੈ। ਆਪੇ ਨਦਰ ਕਰੇ ਭਾਉ ਲਾਏ, ਗੁਰ ਸ਼ਬਦੀ ਵਿਚਾਰ। ਹੁਣ ਭਾਉ ਦਾ ਅਰਥ ਕੀ ਹੈ ਜੀ? ਹਾਂਜੀ ਹਾਂਜੀ, ਪਿਆਰ। ਅਤੇ ਡਰ ਨੂੰ ਕੀ ਆਖਿਆ ਜਾਂਦਾ ਹੈ ਇਸ ਭਾਸ਼ਾ ਦੇ ਵਿੱਚ? ਭਉ। ਕਿ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਆਪੇ ਨਦਰ ਕਰੇ ਭਾਉ ਲਾਏ, ਕਿ ਜਿਸ ਮਨੁੱਖ ਉੱਤੇ ਮਾਲਕ ਆਪ ਫਿਰ ਮਿਹਰ ਦੀ ਨਿਗਾਹ ਕਰਦਾ ਹੈ ਨਾ, ਆਪ ਰਹਿਮਤ ਕਰਦਾ ਹੈ, ਨਦਰ ਤੋਂ ਭਾਵ ਮਿਹਰ ਦੀ ਨਜ਼ਰ ਕਰਦਾ ਹੈ, ਫਿਰ ਭਾਉ ਲਾਏ, ਉਸ ਦੇ ਅੰਦਰ ਆਪਣਾ ਫਿਰ ਪਿਆਰ ਪੈਦਾ ਕਰਦਾ ਹੈ, ਉਹਦੇ ਅੰਦਰ ਹੀ ਪ੍ਰੇਮ ਬਣਦਾ ਜਿਹਦੇ ਉੱਤੇ ਉਹਦੀ ਰਹਿਮਤ ਹੁੰਦੀ ਹੈ। ਗੁਰ ਸ਼ਬਦੀ ਵਿਚਾਰ, ਅਤੇ ਉਹ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਫਿਰ ਕਰਦਾ ਹੈ। ਸਤਿਗੁਰ ਸੇਵਿਐ ਸਹਿਜ ਉਪਜੈ, ਹਉਮੈ ਤ੍ਰਿਸ਼ਨਾ ਮਾਰ। ਸਤਿਗੁਰ ਸੇਵਿਆ, ਕਿ ਸਤਿਗੁਰੂ ਦੀ ਸ਼ਰਨ ਪਿਆ ਹਉਮੈ ਤ੍ਰਿਸ਼ਨਾ ਮਾਰ,
कि जीवन दे विचों फिर हौमै मार के ते माया की तृष्णा मुका के सहज उपजै। जीवन दे विच आत्मक अडोलता सहज जिहड़ा है वो पैदा होंदा है। आत्मक अडोलता है जिहड़ी वो पैदा हो जाती। हुंदी किवें है? सतगुर सेवे। सच्चे गुरु सतगुरु की शरण पिया शब्द अनुसारी हो करके। हर गुण दाता सद मन वसै, सच रखिया उर धार। आखन लगी पातशाह जी, हर गुण दाता सद मन वसै। जिहड़ा मनुख गुरु की शरण फिर पैंदा है ना, सारे गुणां दा दाता मालक सदा उस दे मन विच फिर वसदा है। हर गुण दाता सद मन वसै, सदा ही फिर उहदे अंग संग रहिंदा है, सदा ही उहदे मन दे विच फिर वसदा है। अते सच रखिया उर धार, सदा थिर रहन वाला मालक रहन वाले प्रभु नूं वो मनुख अपने हिरदे विच फिर टिकाई रखदा है। कहण तो भाव है कि सदा ही उहदी रज़ा दे विच फिर रहिंदा है। प्रभ मेरा सदा निर्मला, मन निर्मल पाया जाए। इस पंक्ति के अर्थ की होणगे जी? प्रभ मेरा सदा निर्मला, की अर्थ हैं? कि मेरा मालिक परमेश्वर पवित्र है, निर्मल है, शुद्ध स्वरूप है, अते मन निर्मल पाया जाए। इहदा की अर्थ है? अते इसनूं उस पवित्र मालिक नूं पवित्र निर्मल मन दे राही ही पाया जा सकता है। कहण तो भाव है जे वो निर्मल है तो साडा मन भी निर्मल होना चाहिए, तां ही वो उत्थे आके प्रगट होएगा। नाम निधान हर मन वसै, हौमै दुख सब जाए। पातशाह जी आखन लगे कि परमात्मा का नाम जो सारे गुणां का खजाना है, कि निधान तो भाव खजाना, कि जो सारे गुणां का खजाना मालक का नाम है। हर मन वसै, अते जिस मनुख दे मन विच फिर वस पैंदा है, की हुंदा है? हौमै दुख सब जाए, अते उस दे सारे दा सारा हौमे दा दुख है जिहड़ा वो दूर हो जाता है। कि मैं मेरी वो फिर जीवन दे विचों जिहड़ा ये दुख लग्या हुंदा है ये निकल जाता है, नाश हो जाता है। सतगुर शब्द सुनाया, हौं सद बलिहारै जाओ। हुण पातशाह जी आख रहे ने धन गुरु अमरदास जी कि सतगुर शब्द सुनाया, हौं सद बलिहारै जाऊं, कि मैं उस भागां वाले मनुख तो सदा कुर्बान जाना, सदा ही बलिहार जाता हाँ। सतगुर शब्द सुनाया, जिसनूं सतगुरु ने परमात्मा की सिफत सलाह का शब्द सुना दिता है। भाव जिसकी सुरत गुरु ने सिफत सलाह विच जोड़ दी है। कहण तो भाव है कि जिस मनुख दे मन हिरदे दे विच गुरु का शब्द वस पिया है, अते उस दी लिव मालिक दे नाल जुड़ गई है। अपने मन चित कह कहाए, बिन गुर आप न जाई। हुण सतगुरु जी इत्थे वेखो कितनी वड्डी गल कर रहे कि कई मनुख तां ये आखदे कि जो मालक करदा ठीक है,
ਇੱਕ ਉਹ ਹੁੰਦੇ ਨੇ ਜਿਨ੍ਹਾਂ ਦਾ ਗੁਰੂ ਦੀ ਬਾਣੀ ਨਾਲ ਤੇ ਮਾਲਕ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹ ਸਿਰਫ ਪੱਲਾ ਝਾੜਦੇ ਨੇ ਕਿ ਜੋ ਮਾਲਕ ਕਰਦਾ ਠੀਕ ਕਰਦਾ ਹੈ। ਇੱਕ ਉਹ ਹੁੰਦੇ ਨੇ ਜਿਹੜੇ ਰੰਗੇ ਹੁੰਦੇ ਨੇ ਉਹਦੇ ਨਾਮ ਵਿੱਚ, ਉਹਦੀ ਰਜ਼ਾ ਦੇ ਵਿੱਚ। ਉਹਨਾਂ ਦਾ ਆਖਣਾ ਤੇ ਇੱਕ ਆਮ ਮਨੁੱਖ ਦਾ ਆਖਣਾ, ਉਹਦੇ ਵਿੱਚ ਮਨਮੁਖ ਬੰਦੇ ਦਾ ਆਖਣਾ ਵਿੱਚ ਬਹੁਤ ਫਰਕ ਹੁੰਦਾ ਹੈ। ਗੱਲ ਭਾਵੇਂ ਦੋਵੇਂ ਇੱਕੋ ਹੀ ਕਹਿਣ, ਪਰ ਹੁਣ ਸਤਿਗੁਰੂ ਜੀ ਫਿਰ ਇੱਥੇ ਸਮਝਾ ਰਹੇ ਨੇ ਕਿ ਕਈ ਮਨੁੱਖ ਅਜਿਹੇ ਵੀ ਹੁੰਦੇ ਹੈ, ਆਪਣੇ ਮਨ ਚਿੱਤ ਕਹਿ ਕਹਾਏ, ਕਿ ਆਪਣੇ ਮਨ ਵਿੱਚ ਆਪਣੇ ਚਿੱਤ ਵਿੱਚ ਬੇਸ਼ੱਕ ਕੋਈ ਮਨੁੱਖ ਹੈ ਜਿਹੜਾ ਇਹ ਆਖੇ ਕਿ ਮੈਂ ਆਪਣੇ ਅੰਦਰੋਂ ਆਪਾ ਭਾਵ ਮੈਂ ਹਉਮੈ ਹੰਕਾਰ ਦੂਰ ਕਰ ਲਿਆ, ਕਿ ਆਪਣੇ ਚਿੱਤ ਕਹਿ ਕਹਾਏ, ਕਿ ਆਪਣੇ ਚਿੱਤ ਵਿੱਚ ਹੀ ਆਖੀ, ਜੇ ਆਪਣੇ ਮਨ ਵਿੱਚ ਆਖੇ, ਇਹ ਆਖੇ ਕਹੇ ਕਹਾਏ ਕਿ ਆਖੀ ਜਾਏ, ਅਤੇ ਹੋਰਨਾਂ ਪਾਸੋਂ ਵੀ ਇਹ ਅਖਵਾ ਲਏ। ਪਹਿਲਾਂ ਕਹਿ ਫਿਰ ਕਹਾਏ, ਕਿਸੇ ਕੋਲੋਂ ਵੀ ਅਖਵਾ ਲਏ ਕਿ ਹਾਂਜੀ ਬਿਲਕੁਲ ਠੀਕ ਹੈ ਜੀ, ਇਹਨੇ ਤਾਂ ਬੜਾ ਯਤਨ ਕੀਤਾ, ਹਉਮੈ ਵੀ ਦੂਰ ਕਰ ਲਈ ਹੈ, ਹੰਕਾਰ ਵੀ ਦੂਰ ਹੋ ਗਿਆ, ਲਾਲਚ ਲੋਭ ਵੀ ਜਿਹੜਾ ਹੈ ਸਾਰਾ ਦੂਰ ਕਰ ਲਿਆ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਆਖ ਰਹੇ ਹਨ ਕਿ ਭਾਵੇਂ ਸਾਰਾ ਸੰਸਾਰ ਆਖੀ ਜਾਏ ਕਿ ਬੜਾ ਸਾਧੂ ਹੈ, ਬੜਾ ਇਹ ਪਿਤਾ ਪੁਰਖੀ ਹੈ, ਬੜਾ ਜਿਹੜਾ ਹੈ ਇਹ ਸੰਤ ਸਰੂਪ ਹੈ, ਇਹ ਵੱਖ ਵੱਖ ਨਾਵਾਂ ਦੀਆਂ ਉਪਾਧੀਆਂ ਵਿਸ਼ੇਸ਼ਤਾਵਾਂ ਦੇ ਨਾਲ ਦੁਨੀਆ ਭਾਵੇਂ ਉਹਦੇ ਗੁਣ ਗਾਉਂਦੀ ਰਹੇ, ਪਰ ਸਤਿਗੁਰੂ ਜੀ ਆਖਦੇ ਹਨ ਬਿਨ ਗੁਰ ਆਪ ਨਾ ਜਾਈ। ਜਿੰਨਾ ਚਿਰ ਗੁਰੂ ਦੀ ਸ਼ਰਨ ਨਾ ਪਿਆ ਜਾਵੇ, ਸੱਚੇ ਗੁਰੂ ਦੇ ਸ਼ਬਦ ਵਿੱਚ ਨਾ ਜੁੜਿਆ ਜਾਏ, ਉਹਨਾਂ ਸਮਾਂ ਹਿਰਦੇ ਦੇ ਵਿੱਚੋਂ ਜੀਵਨ ਦੇ ਵਿੱਚੋਂ ਇਹ ਆਪਾ ਭਾਵ ਵਿਕਾਰ ਹੰਕਾਰ ਆਦਿ ਹਉਮੈ ਕਾਮ ਕ੍ਰੋਧ ਲੋਭ ਮੋਹ ਇਹ ਦੂਰ ਨਹੀਂ ਹੋ ਸਕਦੇ। ਮਨੁੱਖ ਇਹਦੇ ਵਿੱਚ ਫਸਿਆ ਹੀ ਰਹਿੰਦਾ ਹੈ। ਇਹ ਭਾਵੇਂ ਤੁਸੀਂ ਝਾਤੀ ਮਾਰ ਕੇ ਦੇਖ ਲਓ ਸਮਾਜ ਦੇ ਵਿੱਚ ਕਿ ਬੜੇ ਬੜੇ ਸੰਤ ਤੇ ਪਿਤਾ ਤੇ ਗੁਰੂ ਤੇ ਬਾਬੇ ਹੋਏ ਨੇ, ਜਿਹੜੇ ਕਈ ਤੇ ਨੱਚ ਨੱਚ ਕੇ ਵਿਖਾਉਂਦੇ ਸੀ ਕਿ ਅਸੀਂ ਤੇ ਕ੍ਰਿਸ਼ਨ ਜੀ ਦਾ ਰੂਪ ਆ, ਕੋਈ ਕੁਝ ਕਹਿੰਦਾ ਸੀ, ਕੋਈ ਕੁਝ ਕਹਿੰਦਾ ਸੀ, ਪਰ ਨਿਕਲਿਆ ਕਿ ਵਿੱਚੋਂ ਬਹੁਤੇ ਜਿਹੜੇ ਨੇ ਉਹ ਕਾਮ ਵਿੱਚ ਹੀ ਗ੍ਰਸੇ ਹੋਏ ਸੀ, ਕਿ ਪਰ ਲੋਕਾਂ ਦੀ ਅਕਲ ਤੇ ਅਜਿਹਾ ਪੜਦਾ ਪਾਇਆ ਸੀ ਕਿ ਮਰਨ ਮਾਰਨ ਦੇ ਲਈ ਤਿਆਰ ਸੀ ਲੋਕ, ਕਿ ਬਸ ਸਾਨੂੰ ਮਾਰ ਦਿਓ ਪਰ ਇਹਨਾਂ ਨੂੰ ਕੁਝ ਨਾ ਕਹੋ। ਇੱਕ ਨਹੀਂ, ਸਮਾਜ ਦੇ ਵਿੱਚ ਅਜਿਹੇ ਅਨੇਕਾਂ ਨੇ, ਪਰ ਇਹ ਉਦੋਂ ਹੀ ਉਤਪੰਨ ਹੁੰਦੇ ਹੈ, ਉਦੋਂ ਹੀ ਇਹਨਾਂ ਕੋਲ ਤਾਕਤ ਆਉਂਦੀ ਹੈ ਜਦੋਂ ਅਸੀਂ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹ ਲੈਂਦੇ ਹਾਂ ਕਿ ਬਸ ਜੀ ਆਹ ਬਾਂਹ ਤੁਹਾਨੂੰ ਫੜਾਤੀ, ਜਿੱਧਰ ਮਰਜ਼ੀ ਲਈ ਜਾਓ, ਭਾਵੇਂ ਟੋਏ 'ਚ ਸੁੱਟੋ ਭਾਵੇਂ ਕਿੱਧਰ ਮਰਜ਼ੀ ਸੁੱਟੋ। ਪਰ ਜੇ ਸਾਨੂੰ ਪਤਾ ਹੋਏ ਕਿ ਰਸਤਾ ਸਹੀ ਕਿਹੜਾ ਹੈ, ਫਿਰ ਅਸੀਂ ਥੋੜ੍ਹਾ ਜਾਵਾਂਗੇ ਉਸ ਰਸਤੇ 'ਤੇ, ਆਖਾਂਗੇ ਨਾ ਨਾ ਬਾਬਾ ਇਹ ਰਸਤਾ ਨਹੀਂ ਸਹੀ ਜਿਹੜੇ 'ਤੇ ਤੂੰ ਸਾਨੂੰ ਲਿਜਾ ਰਹੇ ਹੈ। ਉਹ ਰਸਤਾ ਕਿੱਥੋਂ ਪਤਾ ਲੱਗਦਾ? ਗੁਰੂ ਦੇ ਕੋਲੋਂ, ਸੱਚੇ ਗੁਰੂ ਨੂੰ ਮਿਲਿਆ ਹੋਇਆ। ਹਰ ਜੀਓ ਭਗਤ ਵਸ਼ਲ ਸੁਖ ਦਾਤਾ, ਕਰ ਕਿਰਪਾ ਮਨ ਵਸਾਈ। ਭਗਤ ਵਸ਼ਲ, ਭਗਤੀ ਨੂੰ ਪਿਆਰ ਕਰਨ ਵਾਲਾ। ਸਤਿਗੁਰੂ ਜੀ ਆਖਣ ਲੱਗੇ ਹਰ ਜੀਉ, ਪਰਮਾਤਮਾ ਆਪਣੀ ਭਗਤੀ ਨਾਲ ਪਿਆਰ ਕਰਨ ਵਾਲਾ ਹੈ। ਭਾਵ ਕਿ ਜੋ ਉਹਦਾ ਹੁਕਮ ਹੈ ਉਹ ਅਟੱਲ ਹੈ, ਉਹਦਾ ਨਿਯਮ ਹੀ ਅਟੱਲ ਹੈ, ਉਹਦੇ ਤੋਂ ਕਦੇ ਉਹ ਬਾਹਰ ਨਹੀਂ ਹੁੰਦਾ। ਅਤੇ ਸੁਖ ਦਾਤਾ, ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ। ਕਰ ਕਿਰਪਾ ਮਨ ਵਸਾਈ, ਜਿਸ ਮਨੁੱਖ ਉੱਤੇ ਫਿਰ ਉਹ ਕਿਰਪਾ ਕਰਦਾ ਹੈ ਉਹ ਹੀ ਉਸ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ। ਕਹਿਣ ਤੋਂ ਭਾਵ ਹੈ ਕਿ ਗੁਰੂ ਅਤੇ ਮਾਲਕ ਜਿਸ ਉੱਤੇ ਰਹਿਮਤ ਕਰਦੇ ਨੇ, ਮਾਲਕ ਮਿਲਦਾ, ਪਰਮੇਸ਼ਰ ਮਿਲਦਾ ਉਹਨਾਂ ਨੂੰ ਹੀ ਹੈ। ਪਰ ਪਹਿਲੀ ਪੌੜੀ ਇਹ ਹੈ ਕਿ ਪਹਿਲਾਂ ਗੁਰੂ ਦੇ ਕੋਲ ਜਾਣਾ ਪਏਗਾ। ਰਸਤਾ ਤੇ ਪਹਿਲੀ ਪੌੜੀ ਗੁਰੂ ਹੈ, ਗੁਰੂ ਦੱਸੇਗਾ। ਜਦੋਂ ਗੁਰੂ ਕੋਲ ਪਹੁੰਚ ਗਿਆ ਤੇ ਸਮਝ ਲੈਣਾ ਕਿ ਉਦੋਂ ਉਸ ਮਾਲਕ ਦੇ ਨਾਲ ਹੈ ਜਿਹੜਾ ਮਿਲਣ ਦਾ ਸਮਾਂ ਵੀ ਨੇੜੇ ਹੈ। ਕਿ ਜਿਵੇਂ ਸਮਾਜ ਵਿੱਚ ਅਸੀਂ ਵੇਖੀਏ ਕਿ ਆਮ ਅੱਜ ਹੈ ਜਿਹੜਾ ਜਦੋਂ ਵੀ ਕੋਈ ਵੀ ਨੌਕਰੀ ਜਾਂ ਜੋਬ ਨਿਕਲਦੀ ਹੈ ਤੇ ਉਹਦਾ ਪਹਿਲਾਂ ਇੱਕ ਫਾਰਮ ਫਿਲ ਕੀਤਾ ਜਾਂਦਾ ਹੈ
ਉਹ ਹੈ ਉਹਦਾ ਸਟੈਪ। ਜਾਂ ਕੋਈ ਵੀ ਟੈਸਟ ਦੇਣਾ ਉਹਦੇ ਲਈ ਪਹਿਲਾਂ ਕੀ ਹੈ, ਨੋਮਨੀ ਭਰੀ ਜਾਂਦੀ, ਭਾਵ ਕਿ ਪਹਿਲਾਂ ਸਟੈਪ ਹੈ ਕਿ ਐਡਮਿਸ਼ਨ ਲੈਣਾ, ਉਹਦੇ ਵਿੱਚ ਉਹਦਾ ਫਾਰਮ ਫਿਲ ਕਰਨਾ। ਉਹਦੇ ਤੋਂ ਬਿਨਾਂ ਉਹਨੂੰ ਇੱਕ ਗੱਲ ਵੱਖਰੀ ਹੈ ਕਿ ਕੋਈ ਉਹੋ ਜਿਹਾ ਹੋਵੇ ਕਿ ਉਹ ਬਾਹਰ ਦੀ ਬਾਹਰ ਹੈ ਜਿਹੜਾ ਉਹ ਗਾਂਹ ਦੀ ਗਾਂਹ ਸਿਫਾਰਿਸ਼ ਪਾ ਲਏ। ਪਰ ਜਿਹੜਾ ਸਿਸਟਮ ਹੈ ਉਹ ਇਹ ਹੈ ਕਿ ਪਹਿਲਾਂ ਐਡਮਿਸ਼ਨ ਹੋਏਗਾ, ਫਾਰਮ ਭਰਿਆ ਜਾਏਗਾ, ਉਸ ਤੋਂ ਬਾਅਦ ਨਾਮ ਆਏਗਾ, ਉਹਦੇ ਵਿੱਚ ਫਿਰ ਟੈਸਟ ਹੋਏਗਾ, ਫਿਰ ਉਸ ਤੋਂ ਬਾਅਦ ਇੰਟਰਵਿਊ ਹੋਏਗੀ, ਫਿਰ ਜਾਂ ਕੋਈ ਜਾਂ ਅੱਗੇ ਜਾ ਕੇ ਸਿਲੈਕਸ਼ਨ ਹੁੰਦੀ ਹੈ। ਇਹੀ ਇੱਥੇ ਹੈ ਕਿ ਸਿੱਧਾ ਨਹੀਂ, ਪਹਿਲਾਂ ਗੁਰੂ ਦੇ ਕੋਲ ਗੁਰੂ ਸ਼ਬਦ ਦੱਸਦਾ ਹੈ, ਗੁਰੂ ਜੀਵਨ ਦੱਸਦਾ ਹੈ, ਫਿਰ ਕੀ ਹੁੰਦਾ ਹੈ, ਟੈਸਟ ਹੁੰਦਾ ਹੈ ਜੀਵਨ ਦੇ ਵਿੱਚ, ਫਿਰ ਸਵਾਲ ਪੈਂਦੇ ਹੈ। ਅਤੇ ਜਦੋਂ ਫਿਰ ਮਨੁੱਖ ਉਹ ਤੋਂ ਵੀ ਉਤਰਦਾ ਹੈ, ਫਿਰ ਹੋਰ ਵੀ ਛੋਟੇ ਮੋਟੇ ਹੁੰਦੇ ਹੈ, ਫਿਰ ਜਿਵੇਂ ਇੰਟਰਵਿਊ ਕਹਿ ਲਈਏ ਕਿ ਹੁਣ ਆਹ ਕਿੰਜ ਹੋਣਾ, ਆਹ ਜੀਵਨ ਦਾ ਉਤਰਾਅ ਚੜ੍ਹਾਅ ਫਿਰ ਉਹ ਗੁਰੂ ਦੇ ਸ਼ਬਦ ਰਾਹੀਂ ਪਰਖਿਆ ਜਾਂਦਾ ਹੈ। ਉਸ ਤੋਂ ਬਾਅਦ ਹੈ ਕੀ ਹੈ, ਮਿਲਾਪ ਹੈ ਉਸ ਮਾਲਕ ਦੇ ਨਾਲ। ਫਿਰ ਉਹ ਜਿਹੜਾ ਜੀਵਨ ਹੈ ਉਹ ਫਿਰ ਬਾਕੀ ਦੁਨੀਆ ਦੇ ਨਾਲੋਂ ਬਹੁਤ ਵੱਖਰਾ ਹੈ। ਉਹਦੇ ਵਿੱਚ ਫਿਰ ਬੜਾ ਆਨੰਦ ਹੈ, ਉਹਦੇ ਵਿੱਚ ਫਿਰ ਨਾ ਤਾਂ ਕੋਈ ਧੋਖਾ ਹੈ, ਨਾ ਟੈਨਸ਼ਨ ਹੈ, ਨਾ ਕੋਈ ਵਿਕਾਰ ਹੈ, ਨਾ ਕੋਈ ਦੁੱਖ ਹੈ। ਨਾਨਕ ਸ਼ੁਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਸਤਿਗੁਰੂ ਜੀ ਆਖਣ ਲੱਗੇ ਕਿ ਹੇ ਨਾਨਕ, ਮਾਲਕ ਪਰਮੇਸ਼ਰ ਜੀਵ ਨੂੰ ਗੁਰੂ ਦੀ ਸ਼ਰਨ ਪਾ ਕੇ ਆਪ ਹੀ ਆਪਣੀ ਸਿਫਤ ਸਲਾਹ ਦੀ ਸੁਰਤ ਬਖਸ਼ਦਾ ਹੈ, ਆਪ ਹੀ ਸੋਝੀ ਇਹ ਬਖਸ਼ਦਾ ਹੈ, ਅਤੇ ਫਿਰ ਆਪ ਹੀ ਉਸ ਨੂੰ ਲੋਕ ਪਰਲੋਕ ਵਿੱਚ ਸ਼ੋਭਾ ਵਡਿਆਈ ਦਿੰਦਾ ਹੈ। ਕਹਿਣ ਤੋਂ ਭਾਵ ਹੈ ਕਿ ਕਰਨ ਕਰਾਉਣ ਵਾਲਾ ਸਭ ਉਹੀ ਹੈ, ਪਰ ਇਹ ਪ੍ਰਾਪਤੀ ਵਡਿਆਈ ਦੀ ਉਹਨੂੰ ਹੀ ਹੁੰਦੀ ਹੈ ਜਿਹੜਾ ਉਹਦੇ ਹੁਕਮ ਵਿੱਚ ਰਹਿੰਦਾ ਹੈ, ਜਿਹੜਾ ਉਹਦੀ ਰਜ਼ਾ ਦੇ ਵਿੱਚ ਚੱਲਦਾ ਹੈ। ਸਤਿਗੁਰੂ ਜੀ ਰਹਿਮਤ ਕਰਨ। ਇੱਥੇ ਹੁਣ ਮਗਰਲਾ ਅੰਕ ਅਸੀਂ ਦੇਖੀਏ, 2 ਡੰਡੀਆਂ 8, ਇਹ ਕੀ ਅੰਕ ਹੈ ਜੀ, 8 ਪਦੇ, ਅਤੇ ਫਿਰ 2 ਡੰਡੀਆਂ 1 ਹੈ, 1 ਅਸ਼ਟਪਦੀ ਕਿਹਨਾਂ ਦੀ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ। ਫਿਰ 2 ਡੰਡੀਆਂ ਅੱਗੇ 18 ਲਿਖਿਆ ਹੈ, ਇਹ ਕਿਹੜੀ ਗਿਣਤੀ ਹੈ, 17 + 1 17 ਗੁਰੂ ਨਾਨਕ ਸਾਹਿਬ ਜੀ ਦੀਆਂ, ਅਤੇ 1 ਅਸ਼ਟਪਦੀ ਗੁਰੂ ਅਮਰਦਾਸ ਪਾਤਸ਼ਾਹ ਜੀ, ਕੁੱਲ ਗਿਣਤੀ ਹੋ ਗਈ 18। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਅੱਗੇ ਜਿਹੜੀ ਇਹ ਗਿਣਤੀ ਉਹ ਚੱਲਦੀ ਰਹੇਗੀ। ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।